अस्सलाम वालेकुम ख़वातीन और हज़रात, शुरू करते हैं आज का हस्ब हाल। मैं हूँ जिसका मेज़बान जुनैद सलीम। नाज़रीन, शो का आगाज़ कर रहे हैं। आलमी सूरत हाल के तनाजुर में मामले को समझने के लिए आज हमारे साथ मौजूद हैं अमेरिका के सदर जो बाइडन, साबिक अमरीकी सदर बराक ओबामा, थैंक यू माय डियर, और साबिक अमरीकी सदर डोनाल्ड ट्रंप। ਪੁੱਤ ਡਿਸਕਸ ਕੀ ਕਰਨਾ ਹੁਣ ਜਾਂ ਕੀ ਇੱਥੇ ਹਾਲਾਤੇ ਹਾਜ਼ਰਾ ਤੇ ਤਬਸਰਾ ਕਰਨਾ? ਸੱਤਾਂ ਚੁੱਲਿਆਂ ਦੀ ਸਬਾਹ ਪਵਾ ਦਿੱਤੀ ਇਸ ਬਾਬੇ ਨੇ ਸਾਡੇ ਅਮਰੀਕਾ ਦੇ ਸਿਰ ਵਿੱਚ। ਕਹਿੰਦਾ ਰਿਹਾ ਸ਼ੁਰੂ ਤੋਂ ਹੀ ਇਹ ਬਾਬੇ ਨੂੰ ਨਾ ਬਾਬੋ ਸੀਟ ਤੇ ਅਮਰੀਕਾ ਦੇ ਸਦਰ ਦੀ ਸੀਟ ਕੋਈ ਛੋਟੀ ਨਹੀਂ ਹੁੰਦੀ। ਨਹੀਂ ਹਟੇ, ਲੋਕਾਂ ਨੂੰ ਵੀ ਚਾਅ ਚੜੇ ਸਨ ਕਿ ਬਾਬਾ ਜਾਂਦੀ ਬਾਹਰ ਦੀਆਂ ਮੌਜਾਂ ਲੁੱਟ ਲਵੇ। ਆ ਵੇਖੋ ਨਾ ਜਰਾ, ਸਾਰੀ ਦੁਨੀਆ ਤੇ ਹੋਏ ਤੋਏ ਹੋਣ ਡਈ ਆ। अब रूस ਨੂੰ ਡਰ ਖੌਫ ਹੀ ਕੋਈ ਨਹੀਂ ਰਿਹਾ ਅਮਰੀਕਾ ਦਾ। अच्छा, जो यूक्रेन पे हमला किया। तो ਹੋਰ ਕੀ ਹਮਲਾ ਕਰਤਾ ਯੂਕਰੇਨ ਤੇ। ਹਾਲਾਂ ਯੂਕਰੇਨ ਨੂੰ ਪਤਾ ਵੀ ਆ ਕਿ ਅਮਰੀਕਾ ਉਹਦਾ ਸਾਥ ਦੇਣ ਡਿਆ ਤੇ ਨਹੀਂ ਅਗਲਾ ਡਰਿਆ, ਕਰਤਾ ਹਮਲਾ। ਪਿਊਟਨ ਨੇ ਸੁਣੀ ਨਹੀਂ ਕਿਸੇ ਦੀ। ਪੁੱਤ ਮੇਰੇ ਦੌਰ 'ਚ ਪਿਊਟਨ ਦੀ ਜ਼ਰੂਰਤ ਨਹੀਂ ਸੀ ਹੁੰਦੀ। अच्छा, ਕਿਧਰੇ ਵੀ ਜਾਂਦਾ ਸੀ ਪਹਿਲੇ ਫੋਨ ਮੈਨੂੰ ਕਰਦਾ ਸੀ, ਭਾਈ ਜਾਨ ਮੈਂ ਪੈਰਿਸ ਚੱਲਿਆ, ਦੱਸੋ ਤੁਹਾਡੇ ਲਈ ਕੋਈ ਪਰਫਿਊਮ ਲਿਆਉਣ ਦੇ, ਕੋਈ ਇਟਲੀਓਂ ਕੋਈ ਸ਼ੂ ਮੰਗਾਣੇ ਤੇ ਦੱਸੋ ਮੈਨੂੰ, ਇੰਗਲੈਂਡੋਂ ਕੋਈ ਸ਼ਰਟ ਮੰਗਾਣੀ ਹੈ ਤੇ ਦੱਸੋ, ਮੈਂ ਚੱਲਿਆ ਭੈਣ। ਭੈਣ ਮੈਂ ਤੁਹਾਡਾ ਛੋਟਾ ਭਰਾ, ਮੈਨੂੰ ਦੱਸੋ ਤੇ ਸਹੀ। ਤੇ ਜੋ ਮੂੰਹੋਂ ਕੱਢਣਾ ਰਾਹ 'ਚ ਜਾਈ ਖਿਲਾਰ ਕੇ ਉਹਨੇ ਫੜਾ ਕੇ ਜਾਣੀ ਚੀਜ਼। ਇਹ ਪਿਊਟਨ ਸਾਰੀਆਂ ਚੀਜ਼ਾਂ ਤੇਰੇ ਕੋਲ ਬਾਹਰੋਂ ਮੰਗਾਉਣ ਡਿਆ ਕਿ ਰਸ਼ੀਆ ਦੇ ਵਿੱਚ ਹੜਤਾਲ ਹੋ ਗਈ ਹੈ। ਤੈਨੂੰ ਕੀ ਪਤਾ ਟੋਕਰੇ ਬਣਾਉਣ ਵਾਲੀ ਫੈਮਿਲੀ ਤੁਹਾਡੀ? ਤੁਹਾਨੂੰ ਕੀ ਪਤਾ ਇਟਲੀ ਦੇ ਛੂ ਕਿਹੋ ਜਿਹੇ ਹੁੰਦੇ ਆ? ਤੁਹਾਨੂੰ ਕੀ ਪਤਾ ਦੁਨੀਆ 'ਚ ਪੈਰਿਸ ਦੇ परफ्यूम ਦੀ ਕੀ वैल्यू है? प्यूटन के साथ आपकी इसी कुर्बत की वजह से तो आप पे मुसलसल ये इल्जाम लगता रहा है कि आपकी फतह में असल में रूस का हाथ था। ਏਡੇ ਦਾਦ ਨਾ ਕੱਢ, ਤੈਨੂੰ ਕੀ ਪਤਾ? ਸਾਰੀ ਦੁਨੀਆ ਨੂੰ ਪਤਾ, ਦੁਨੀਆ ਦੇ ਮੂੰਹ ਨਹੀਂ ਫੜ ਸਕਦਾ ਤੂੰ। ਰਸ਼ੀਆ ਨੇ ਜਿਤਾਇਆ ਮਸ਼ੀਨਾਂ ਦੇ ਥਰੂ। ਤੇ ਚਲੋ ਹੁਣ ਆਕੜ ਕੇ ਬੈਠੇ ਰਹੋ। ਕੀ ਬਣਿਆ? ਵਿੱਚ ਹੋਣ ਡਏ ਹੋ। ਕਹਿੰਦਾ ਰਿਹਾ, ਸਮਝਾਉਂਦਾ ਰਿਹਾ ਕਿ ਪੁੱਤ ਬਾਬਾ ਨਾ ਚਾਚਾ ਇੰਜ ਕਰ, ਇਮਰਾਨ ਖਾਨ ਨੂੰ ਕਰ ਲੈ ਫੋਨ, ਏਡੀ ਆਕੜ ਚੰਗੀ ਨਹੀਂ ਹੁੰਦੀ, ਉਹ ਤੇਰੇ ਨਾਲ ਬਹੁਤਾ ਆਕੜੇ ਆ। ਗੱਲ ਹੀ ਨਹੀਂ ਸੁਣੀ। ਮੈਂ ਕਿਹਾ ਫੋਨ ਨਹੀਂ ਕਰਨਾ, ਚਲੋ ਉਹਨੂੰ ਜੁਮਾ ਮੁਬਾਰਕ ਦਾ ਮੈਸੇਜ ਹੀ ਕਰ ਛੱਡਿਆ ਕਰ, ਹੋਰ ਕੁਝ ਨਹੀਂ। ਤੇ ਚਲੋ ਸਲਾਮ ਦੁਆ ਐਵੇਂ ਕਰ ਛੱਡ ਕੋ ਫੁੱਲ ਛੁੱਲ ਭੇਜ ਛੱਡਿਆ, ਗੁੱਡ ਮਾਰਨਿੰਗ। ਇਹਦੀ ਆਕੜ ਵੀ ਨਹੀਂ ਮੁੱਕੀ, ਉਹ ਵੀ ਫਿਰ ਟੁਰ ਗਿਆ ਰੂਸ। ਸਾਰੀ ਦੁਨੀਆ ਦੇ ਉੱਤੇ ਲੋਕੀ ਗੱਲਾਂ ਕਰਨ ਡਏ ਆ। ਗੱਲਾਂ ਕਰਨ ਦੇ ਭਾਈ, ਤੂੰ ਹੁਣ ਵਿਹਲਾ ਹੋ ਗਿਆ, ਆਪਣੇ ਘਰੇਲੂ ਕੰਮ ਕਰ। ਤੈਨੂੰ ਕੀ ਹਕੂਮਤ ਨਾਲ ਹੈ? ਭਾਈਜਾਨ ਪਿਊਟਨ ਦੀ ਇੱਕ ਇੱਕ ਚੀਜ਼ ਤੇ ਨਜ਼ਰ ਰੱਖਣ ਡਿਆ, ਇੱਕ ਇੱਕ ਸਪਾਈ ਦਾ ਪਤਾ ਇਹਨਾਂ ਨੂੰ ਵੀ ਕੌਣ ਫਾਇਰਿੰਗ ਕਰਨ ਡਿਆ, ਕੌਣ ਚਾਹ ਪੀਣ ਡਿਆ ਤੇ ਕੌਣ। ਜਾਣਦੇ ਪੁੱਤ, ਕਦ ਲਈ ਏਡਾ ਤੂੰ ਉਹਦਾ ਮੁਰੀਦ ਬਣਨ ਡਿਆ? ਏਡਾ ਨਾ ਤੂੰ ਉਹਨੂੰ ਬਾਬਾ ਬੇਰੀ ਵਾਲਾ ਪੇਂਟ ਕਰ ਦੇ। ਤੂੰ ਸਾਡੇ ਉਹਨੇ ਕੀ ਨਜ਼ਰ ਰੱਖਣੀ ਆ? ਉਹ ਤੇ ਨਾਮਰਾਦ ਕੋਲ ਬੈਠੇ ਬੰਦੇ ਨੂੰ ਮੱਥੇ ਤੇ ਹੱਥ ਰੱਖ ਕੇ ਬਹਿੰਦਾ। ਏਡੀ ਉਮਰ ਦਾ ਬਾਬਾ, ਇਹਦੇ ਤੇ ਰਟੇ ਹੀ ਨਹੀਂ ਮੁੱਕਦੇ ਭਾਈ ਜੀ। ਹਰ ਦੂਜੇ ਦਿਨ ਆਪਣੇ ਸੱਕੇ ਪੁੱਤ ਨੂੰ ਕਹਿਣ ਡਿਆ ਹੁੰਦਾ, ਸੁਣਾ ਇਹਦਾ ਕੀ ਹਾਲ ਆ? ਉਹ ਗਵਾਂਦਾ, ਜਨਾਬ ਤੁਹਾਡਾ ਜੋ ਹਾਲ ਆ। ਹਰ ਦੂਜੇ ਤੀਜੇ ਹਫਤੇ ਤੇ ਚਾਹ ਅੱਗੇ ਰੱਖ ਕੇ ਰੋਣ ਡਿਆ ਹੁੰਦਾ, ਮੈਂ ਚੀਨੀ ਦੀ ਥਾਂ ਨਿਮਕ ਪਾ ਬੈਠਾ, ਉਹ ਵੀ ਪੂਰਾ ਚਮਚਾ ਭਰ ਕੇ। ਇਹ ਤੇ ਕਈ ਵਾਰੀ ਪੁੱਤ ਪੈਂਟ 'ਚ ਬੈਲਟ ਪਾ ਰਿਹਾ ਹੋਵੇ, ਆਖਰੀ ਲੂਪੀ ਤੇ ਜਾ ਕੇ ਪਤਾ ਲੱਗਦਾ ਹੁੱਕ ਪੁੱਠੀ ਕਰ ਬੈਠਾ। ਉਹ ਫੇ ਕੱਚਾ ਨਹੀਂ ਹੁੰਦਾ, ਆਪ ਪੁੱਠਾ ਹੋ ਕੇ ਖਲੋ ਜਾਂਦਾ, ਹੁਣ ਬੈਲਟ ਸਿੱਧੀ ਹੋ ਗਈ ਹੈ। ਅੱਜ ਦੀ ਇਹ ਉਹ ਚਾਚਾ ਇਹ ਕਾਦੀ ਆਜ ਦੀ? ਇਹ ਪਾਗਲਪੁਣਾ ਏ। ਕਲਪਦਾਰਿਆਂ ਨਾ ਇਹਨੂੰ ਭਾਵੋ ਸਦਰ ਦੀ ਸੀਟ ਤੇ। ਦੁਨੀਆ ਦਾ ਸਭ ਤੋਂ ਤਗੜਾ ਤੇ ਵੱਡਾ ਮੁਲਕ ਅਮਰੀਕਾ, ਉਹਦੀ ਬਾਗਡੋਰ ਫੜਾਤੀ ਇਸ ਬਾਬੇ ਨੂੰ, ਜਿਹੜਾ ਹਰ ਦੂਜੇ ਤੀਜੇ ਦਿਨ ਭੁੱਲ ਜਾਂਦਾ ਦੰਦ ਕਿਹੜੀ ਪਿਆਲੀ 'ਚ ਪੀਉਣੇ ਸਨ। ਪ੍ਰੈਸ ਕਾਨਫਰੰਸ ਕਰਦਿਆਂ ਨਿੱਛ ਮਾਰੀ ਤੇ ਬੀੜ ਅਗਲੇ ਸਹਾਬੀ ਦੀ ਝੋਲੀ 'ਚ ਜਾ ਪਈ। ਇਹ ਤੇ ਪੁੱਤ ਆਪਣੀ ਜ਼ਬਾਨ ਪ੍ਰੈਸ ਨੂੰ ਦੇਣ ਵਾਲੀ ਗੱਲ ਆ। ਮੀਆਂ ਜੀ ਮੈਂ ਤੁਹਾਨੂੰ ਉਹ ਕਾਹਦਾ ਮੀਆਂ ਜੀ, ਮੈਂ ਸਵੇਰੇ ਨਾਸ਼ਤਾ ਲਾਵਾਂ। ਮੈਂ ਤੁਹਾਨੂੰ ਕਹਿੰਦਾ ਰਿਹਾ ਬਦਾਮ ਸ਼ੁਰੂ ਕਰ ਦੇ, ਵੇਖਿਆ ਦੁਨੀਆ ਗੱਲਾਂ ਕਰਨ ਡਈ ਹੈ। ਉਹ ਤਾਂ ਫੇਰ ਮੇਰੇ ਤੇ ਮੈਂ ਕੁਝ ਕਰਾਂ। जो बाइडन तपे हुए हैं। ਉੱਤੋਂ ਨੂੰ ਬਦਾਮਾਂ ਦਾ ਮਸ਼ਵਰਾ ਦੇਣ ਡੇ ਆ, ਮੂੰਹ 'ਚ ਦੰਦ ਨਕਲੀ ਤੇ ਬਦਾਮ ਅਸਲੀ ਖਾਵੇ। ਇਹਨੂੰ ਪੁੱਤ ਬਦਾਮ ਦੀ ਗਿਰੀ ਤੋਤੇ ਦੇ ਬੋਰ ਟੰਗਰ ਚਿੱਥ ਕੇ ਖਵਾਇਆ ਕਰੋ।
ਇਹ ਤੇ ਏਡਾ ਕਮਜ਼ੋਰ ਆਦਮੀ ਪੁੱਤ ਆਲੂਆਂ ਵਾਲਾ ਪਰੌਂਠਾ ਖੋਲ ਕੇ ਉਹਦੇ 'ਚ ਫੂਕ ਮਾਰ ਕੇ ਮੱਥਾ ਸਾੜ ਬੈਠਾ। कोई आलमी बात भी करोगे या भाईजान जो बाइडन को मैं नहीं दोगे? ਮੇਣੇ ਇਹਨੂੰ ਕੀ ਦੇਣੇ ਆ? ਮੇਣੇ ਤੇ ਹੁਣ ਇਹ ਆਪ ਦੇਣ ਡਿਆ। ਵੇਖੋ ਨਾ ਪਹਿਲੇ ਕਿੱਡਾ ਟੱਪ ਟੱਪ ਕੇ ਬੋਲਦਾ ਸੀ, ਹੁਣ ਬਹਾਦਰ ਏਡਾ ਕਹਿੰਦੇ ਜੰਗ ਨਹੀਂ ਮੈਂ ਲੜਨ ਜਾਣੀ। ਇੱਥੇ ਬਹਿ ਕੇ ਪਾਬੰਦੀਆਂ ਲਾਵਾਂਗਾ। ਪਾਬੰਦੀਆਂ ਤੂੰ ਕੀ ਲਾ ਲੈਣੀਆਂ ਉਹਦੇ ਤੇ? जब काली मिर्चें बंद की ना रूस की, समझ आने की प्यूटन को जब रूखा अंडा खाएगा, फिका अंडा खाएगा। ਅਸੀਂ ਇਸ ਪਿਊਟਨ ਦੀ ਚਾਹ ਵਾਲੀ ਪੌਣੀ ਬੰਦ ਕਰ ਦੇਣੀ ਹੈ। ਮੂੰਹ 'ਚ ਪੱਤੀ ਜਾਏਗੀ ਪਿਊਟਨ ਦਾ ਤੇ ਪਤਾ ਲੱਗੇਗਾ ਕਿ ਅਮਰੀਕਾ ਕੀ ਚੀਜ਼ ਜੀ। ਇਹਨਾਂ ਨੂੰ ਫੋਨ ਚਾਰਜਰ ਦੀ ਸਪਲਾਈ ਬੰਦ ਕਰ ਦਿਓ, ਆਪਸ ਵਿੱਚ ਲੜਦੇ ਰਹਿਣਗੇ ਫੋਨ ਚਾਰਜਰ ਉਥੋਂ। ਤੇ ਇੰਨੀ ਕੋਈ ਦੀ ਮੱਤ ਵੱਜੀ ਆ ਕਿ ਇਹ ਹੀ ਨਹੀਂ ਪਤਾ ਸਾਰੀ ਦੁਨੀਆ ਨੂੰ ਚਾਰਜਰ ਤੇ ਚੀਨ ਸਪਲਾਈ ਕਰਨ ਡਿਆ, ਔਰ ਚੀਨ ਨੂੰ ਜਿੰਨਾ ਇਹਦੇ ਤੇ ਗੁੱਸਾ ਉਹਨੇ ਇਹਦੀ ਚਾਰजिंग ਬੰਦ ਕਰ ਦੇਣੀ ਹੈ। चीन दुनिया का वाहिद मुल्क है जो फोन चार्जर गिन के नहीं देता, दुनिया को तोल के देता है। ਇਹਦਾ ਪੁੱਤ ਆਪਣਾ ਚਾਰਜਰ ਬੰਦ ਹੋ ਜਾਣਾ। ਇਹ ਮੀਟਿੰਗ ਵਾਲਿਆਂ ਨੇ ਕਹਿਣਾ ਜੀ ਬਾਬਾ ਹਲੇ ਬਾਹਰ ਨਹੀਂ ਆ ਸਕਦਾ, ਉਹਦੀ ਚਾਰजिंग ਨਹੀਂ ਮੁਕੰਮਲ ਹੋਈ। ਉਹ ਹੁਣ ਵੇਖੋ ਕਿਵੇਂ ਆਕੜ ਆਕੜ ਕੇ ਤੇ ਮੀਡੀਆ ਦੇ ਸਾਹਮਣੇ ਆਉਣ ਡਿਆ ਪੁੱਤ ਪਿਊਟਨ। ਦੇਖੋ ਜਰਾ ਮੇਰੇ ਦੌਰ 'ਚ ਜੁਰਤ ਨਹੀਂ ਸੀ ਉਹਦੀ ਗੁੱਸੇ ਨਾਲ ਵੇਖ ਜਾਵੇ ਅਮਰੀਕਾ ਵੱਲ। ਰੋਜ਼ ਫੋਨ ਕਰਕੇ ਉਹਨੇ ਪੁੱਛਣਾ ਭੈਣ ਗੱਲ ਕਰੋ, ਸਵੇਰੇ ਨਾਸ਼ਤਾ ਕਰਨਾ, ਫਿਉਣੀਆਂ ਭੇਜਾਂ ਸਲਮਾਨ ਸਮੀਟ ਵਾਲਿਆਂ ਦੀਆਂ ਕੁਜਰਾਂ ਲਿਓ। ਭਾਈਜਨ ਆਰਡਰ ਲਾਵੋ, ਮਨੂਕਾ ਸ਼ਹਿਦ ਭੇਜ ਦਮਾ ਰੂਸੀ। वो रूस का नहीं, मनुका शायद ऑस्ट्रेलिया और न्यूजीलैंड का बहुत मशहूर है। ਪੁੱਤ ਪਹਿਲਾਂ ਪਤਾ ਤੇ ਕਰ ਲੈ ਕਿੱਥੋਂ ਚੀਜ਼ ਕਿੱਥੇ ਦੀ ਆ। ਰੂਸੀ ਸਿਰਫ ਟਰੈਕਟਰ ਹੋਇਆ ਜਾਂ ਉਹ ਟੀਵੀ ਸੀ ਜਿਹੜਾ ਬੜੀ ਦੇਰ ਸੋਚ ਲਾਓ ਤਾਂ ਬੜੀ ਦੇਰ ਬਾਅਦ ਸਟਾਰਟ ਹੁੰਦਾ ਸੀ। ਏ ਆਹ ਤੇ ਪੁੱਤ ਜਦੋਂ ਬੰਦੇ ਨੂੰ ਗੁੱਸਾ ਚੜਿਆ ਹੋਵੇ ਤੇ ਪਤਾ ਲੱਗਦਾ ਕਿਹੜੀ ਸ਼ੈ ਕਿੱਥੋਂ ਦੀ ਹੈ। ਓ ਯੈਸ, ਏਡਾ ਚੰਗਾ ਮੁੰਡਾ ਪਿਊਟਨ, ਉਹਨੂੰ ਨਾਰਾਜ਼ ਕਰ ਲਿਆ ਇਹਨਾਂ। ਬਹੁਤ ਬੀਬਾ ਮੈਨੂੰ ਤੇ ਇੰਨੀ ਮੇਰੇ ਨਾਲ ਮੁਹੱਬਤ ਕਰਦਾ ਸੀ, ਇੰਨੀ ਮੁਹੱਬਤ ਕਰਦਾ ਸੀ। ਹਰ ਦੂਜੇ ਦਿਨ ਕਹਿਣਾ ਭੈਣ ਮੈਂ ਤੁਹਾਨੂੰ ਰਸਾਲੇ ਭੇਜ ਦੇਵਾਂ ਰੂਸੀ, ਮੈਂ ਮੰਗਾ ਲੈਣੇ, ਪੜੇ ਮੇਰੇ ਕੋਲੋਂ ਜਾਣੇ ਨਾ, ਮੈਂ ਫਿਰ ਉੱਤੇ ਦਾਲ ਰੱਖ ਕੇ ਖਾਣੀ, ਉਹ ਮਜ਼ਾ ਆਣਾ। ਰੂਸੀ ਰਸਾਲੇ ਤੇ ਦਾਲ ਰੱਖ ਕੇ ਖਾਓ ਤੇ ਬੜਾ ਮਜ਼ਾ ਆਉਂਦਾ। ਇੰਨਾ ਰਸਾਲਾ ਉਹਨੇ ਭੇਜਿਆ, ਹਰ ਮਹੀਨੇ ਇੰਨੀ ਰੱਦੀ ਵੇਚਣੀ ਮੈਂ। ਇਹਨੇ ਤੇ ਪੁੱਤ ਬੜਾ ਘਾਟਾ ਪਵਾਤਾ ਅਮਰੀਕਾ ਨੇ। ਮੈਂ ਤੇ ਰੱਦੀ ਵੇਚ ਵੇਚ ਕੇ ਇੰਨੇ ਪੈਸੇ ਅਮਰੀਕਾ ਦੇ ਖਜ਼ਾਨੇ 'ਚ ਜਮਾ ਕਰਾਇਆ, ਅਮਰੀਕਾ ਅਮੀਰ ਕਰ ਛੱਡਿਆ। ਸਾਰੀ ਦੁਨੀਆ 'ਚ ਬਿਜਤ ਕਰਾ ਕੇ ਰੱਖਤਾ, ਕਮਜ਼ੋਰ ਪਵਾਤਾ ਪੁੱਤ ਨੇ ਅਮਰੀਕਾ ਨੂੰ। ਹੁਣ ਵੇਖ ਲੈਣਾ ਕਿਸੇ ਦਿਨ ਚੀਨ ਨੇ ਵੀ ਛੋਖਿਆ ਹੋ ਕੇ ਤੇ ਤਾਈਵਾਨ ਤੇ ਹਮਲਾ ਕਰ ਦੇਣਾ। ਉਹਨੂੰ ਪਤਾ ਲੱਗ ਗਿਆ ਹੁਣ ਅਮਰੀਕਾ ਦੇ ਗੋਡਿਆਂ 'ਚ ਜਾਣ ਹੀ ਕੋਈ ਨਹੀਂ। ਮੈਨੂੰ ਤੇ ਇਹ ਡਰ ਪੈ ਗਿਆ ਜਿਹੜੇ ਅਫਗਾਨ ਮਹਾਜਰ ਆਏ ਆ ਅਮਰੀਕਾ 'ਚ, ਉਹ ਨਾ ਕਿਸੇ ਦਿਨ ਅਮਰੀਕਾ ਤੇ ਕਬਜ਼ਾ ਕਰ ਲੈਣ। ਬੇੜਾ ਗਰਕ ਕਰਾਤਾ ਇਹਨੇ ਅਮਰੀਕਾ ਦੀ ਇੱਜ਼ਤ ਦਾ, ਇਹਨੂੰ ਪਰਵਾਹ ਹੀ ਕੋਈ ਨਹੀਂ। ਵਾਈਟ ਹਾਊਸ 'ਚ ਨਿੱਕਰ ਪਾ ਕੇ ਫਿਰ ਰਿਹਾ ਹੁੰਦਾ, ਉਹ ਜਿਵੇਂ ਸਵੇਰੇ ਸਵੇਰੇ ਲੇਲਾ ਨੂੰ ਆਗ ਨਹੀਂ ਲਾਉਣ 'ਚ ਛੱਡੀਦਾ। ਉਹ ਭਾਈ ਨਿਬੜ ਲਾਂਗੇ ਅਸੀਂ, ਜਿੰਨੇ ਅਮਰੀਕਾ ਨਾਲ ਮੱਥਾ ਲਾਇਆ ਉਹਨੇ ਮੁਕੇਸ਼ ਦੇ ਗਾਣੇ ਸੁਣੇ ਨੇ। सारी बातें जोड़े, मुझे याद ही नहीं रहा आपको मुबारकबाद देना। आप जितना मर्जी चलते रहे, वो तरक्की करते जा रहे। उनकी जो सोशल मीडिया पे ऐप है वो सबसे ज्यादा डाउनलोड की जाने वाली एप्स में शामिल हो गई। ਮੈਂ ਕਹਿਣਾ ਜੀ ਲਾਲਾ ਲਾਲਾ ਹੋਈ ਪਈ ਆ, ਇਹੋ ਜੀਆਂ ਮੌਤੇ ਚੀਜ਼ਾਂ ਸੁੱਟੀਆਂ। अच्छा, ਆ ਮੈਂ ਇਹਨਾਂ ਦੇ ਸਾਹਮਣੇ ਦੱਸਣਾ ਨਹੀਂ ਸੀ, ਹੁਣ ਮਗਰ ਦੱਸ ਦੇਣਾ, ਪੈ ਗਈਆਂ ਹੁਣ ਰੌਲੀਆਂ। ਮੈਂ ਖੁਸਰੇ ਦਾ ਡਾਂਸ ਛੱਡਿਆ ਆਪਣੀ ਐਪ ਤੇ। ਓਏ ਹੋਏ 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 ਹੋਏ, ਤੁਹਾਡੇ ਪਾਕਿਸਤਾਨ 'ਚ ਜਿੰਨੀ ਲਾਈਕਿੰਗ ਆਈ ਹੈ ਨਾ ਉਹਦੀ, ਬੱਲੇ 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 ਬੱਲੇ। ਪੁੱਤ ਤੁਹਾਨੂੰ ਹੋਰ ਕੋਈ ਕੰਮ ਨਹੀਂ? ਉਹ ਜਾਣਦੇ ਤੁਸੀਂ ਇਹੋ ਜਿਹੀਆਂ ਚੀਜ਼ਾਂ ਹੀ ਤੜਾ ਤੜ ਵੇਖਣ ਡਏ ਹੁੰਦੇ ਹੋ। ਖੁਸਰਿਆਂ ਦੇ ਡਾਂਸ, ਚੌਧਰੀਆਂ ਦੇ ਵਿਆਹਾਂ ਦੇ ਮੁਜਰੇ, ਬਾਬੇ ਮੂੰਹਾਂ ਨਾਲ ਨੋਟ ਦੇਣ ਡਏ ਆ ਡਾਂਸਰਾਂ ਨੂੰ। ਹੱਦ ਹੋ ਗਈ ਆ। ਵੈਸੇ ਮੈਂ ਬੜਾ ਰਾਜੀ ਆ, ਹੁਣ ਮੈਨੂੰ ਕੋਈ ਡੱਕ ਨਹੀਂ ਸਕਦਾ। ਹੁਣ ਪੁੱਤ ਜਿਹੜੀ ਮੇਰੀ ਐਪ ਆ ਨਾ, ਹੁਣ ਮੈਂ ਆਪਣੀ ਆਵਾਜ਼ ਕਰਾਂਗਾ ਬੁਲੰਦ, ਔਰ ਇਹੋ ਜਿਹੀ ਬੁਲੰਦ ਹੋਣੀ ਆ ਪੁੱਤ ਕਿ ਪੂਰੀ ਦੁਨੀਆ ਦੇ ਉੱਤੇ ਫਿਰ ਟਰੰਪੂ ਟਰੰਪੂ ਹੋ ਜਾਣੀਆਂ। ਉਹ ਕਿਹੜੀ ਤੂੰ ਆਪਣੀ ਐਪ ਤੇ ਖੁਸਰੇ ਦਾ ਡਾਂਸ ਲਾਇਆ? 5 ਬਾਰਾਂ ਦਾ ਤੁਹਾਨੂੰ ਸੁਨੇ ਸਾਹਿਬ ਸਟੈਪ ਵਿਖਾਵਾਂ? ਦੇਖੋ ਦਿਖਾ ਜਰਾ, ਦੇਖੋ ਜਰਾ। ਇਜਾਜ਼ਤ ਹੈ? ਇਜਾਜ਼ਤ ਹੈ। ਏਡਾ ਤੂੰ ਖੁਸਰਾ
और मेरी टोर कबूतरी वर्गी और दिल कर गुटकू गुटकू और जदों अख लड़े दिल भर दी दिल कर गुटकू गुटकू गुटकू। भाइयों ब्रावो। किसी दिन यही स्टेप करते करते इनकी एक टांग उधर जा पड़ेगी, कितना बुरा लगेगा। एक टांग वाला अमेरिकी सदर, एक टांग तो वैसे भी अमेरिकी सदर की कहीं ना कहीं दुनिया में फंसी रहती है किसी मामले में। ਉਹ ਤਾਂ ਵੇਖੋ ਗਾਣੇ ਕਿਹੜੇ ਤੇ ਨੱਚਣ ਡਿਆ, ਦਿਲ ਕਰੇ ਗੁਟਕੂ ਗੁਟਕੂ। ਇਸ ਉਮਰ 'ਚ ਦਿਲ ਧੜਕਦਾ ਹੋਵੇ ਉਹੀ ਬੜੀ ਗੱਲ ਹੁੰਦੀ ਆ। ਏਡੇ ਬਾਬੇ ਦਾ ਤੇ ਡਾਕਟਰ ਦਿਲ ਚੈੱਕ ਕਰਨ ਲੱਗੇ ਤੇ 15 ਮਿੰਟ ਲਾਂਦਾ ਲੱਭਣ ਤੇ ਦਿਲ ਹੈ ਕਿੱਥੇ। ਏਡਾ ਮਰੀਜ਼ਾਂ ਵਾਲਾ ਡਾਂਸ ਕਿੰਨੇ ਵੇਖਣਾ ਪੁੱਤ, ਵੇਖਣਾ ਤੁਸੀਂ ਜਰਾ ਮੇਰੀ ਐਪ ਨੇ ਕੀ ਲਾਲਾ ਲਾਲਾ ਮਚਾਣੀ ਆ। ਮੈਂ ਇਹਨਾਂ ਦੀਆਂ ਸਾਰੀਆਂ ਪੁਸ਼ਤਾਂ ਫੋਲ ਕੇ ਰੱਖ ਦੇਣੀਆਂ ਐਪ ਤੇ। ਇਹੋ ਜਿਹਾ ਮੈਂ ਟਰੁੱਥ ਅੱਗੇ ਲਿਆਉਣਾ ਕਿ ਲੋਕਾਂ ਨੇ ਟੁੱਥਪਿਕ ਦੀ ਬਜਾਏ ਟਰੁੱਥਪਿਕ ਕਹਿਣਾ ਸ਼ੁਰੂ ਕਰ ਦੇਣਾ। ਮੈਂ ਵੇਖਣਾ ਹੁਣ ਆਪਣਾ ਸੋਸ਼ਲ ਮੀਡੀਆ ਕਿੱਥੇ ਲੈ ਜਾਣਾ ਚੁੱਕ ਕੇ। 400-500 ਬੰਦਾ ਮੈਂ ਕਰ ਲੈਣਾ ਭਰਤੀ। ਅੱਛਾ। ਤੇ ਬਣਾ ਵੀਡੀਓ ਤੇ ਜੋ ਮੈਂ ਪੋਸਟਾਂ ਲਾਣੀਆਂ, ਲੋਕਾਂ ਨੇ ਹਰਿਆਣ ਹੋ ਜਾਣਾ ਕਿ ਕਰ ਕੀ ਬੈਠੇ ਅਸੀਂ, ਕਿਹਨੂੰ ਸਦਰ ਬਣਾ ਬੈਠੇ ਆ। ਲਵੋ ਮੀਆਂ ਜੀ ਤੁਸੀਂ ਵੀ ਟੱਚ ਮੋਬਾਈਲ ਤੇ ਸਿੱਖੋ 5-6 ਮਹੀਨੇ ਲਾ ਕੇ ਚਲਾਉਣਾ। नाज़रीन यहाँ मुझे लेना एक छोटा सा वक्फा, हमारे साथ रहिएगा। आप कभी गौर करें कि हम जब ये कहते हैं, बार बार ये दोहराते हैं कि मैं तो गुरूर नहीं करता, तो असल में हम आजिज़ी का तकब्बुर कर रहे हैं। असल में हम ये बता रहे हैं कि मैं बड़ा आजिज़ हूँ, हालांकि मैं आजिज़ उजिज़ कोई नहीं हूँ, मैं आजिज़ी की एक्टिंग करता हूँ। भाईजान, हम दिन में एक जुमला बहुत ज्यादा इस्तेमाल करते हैं, हर जगह बैठ के, दोस्तों की महफिल में, चौकों चौराहों में, घरों में बैठ के, हर महफिल में, कि मैंने तो कभी गरूर किया ही नहीं है। जी हाँ, बहुत ज्यादा बोलते हैं हम ये कि जी मैंने तो कभी गरूर किया ही नहीं है। कभी आप इस बात पे गौर करें कि जब हम ये जुमला बोलते हैं तो हम कितना सच बोल रहे होते हैं। मेरा ख्याल है कि इसमें सच्चाई का एलिमेंट बहुत कम होता है। हम सब लोग नहीं हम ये जुमला जब बोल रहे होते हैं मैंने गुरूर किया ही नहीं है, तो हम कितने गुरूर से बोल रहे हाँ, होते हैं। अच्छा इस पर भी मैं आता हूं। हम सब लोग जो है ना, जब ये जुमला बोल रहे होते हैं तो कभी एक लम्हे के लिए अपना तज्जिया करें, अपना एनालिसिस करें पूरी ईमानदारी के साथ, तो मेरा ख्याल है कि इसमें 90% झूठ होता है। हम में से हर शख्स, मैं, आप, हम सब, पूरा माशरा, कमजोर से कमजोर आदमी भी किसी ना किसी जोम में मुब्तला होता है, किसी ना किसी एहसास बर्तरी में मुब्तला होता है। अच्छा, अब प्रॉब्लम पता है क्या है कि हम जब भी अपने माशरे का वेस्ट के साथ कंपैरिजन करते हैं तो हम इस नतीजे में पहुंचते हैं कि वो लोग हर बात में डींगे नहीं मारते, और हम जबान से भी डींगे मार रहे होते हैं और दिल में भी डींगे मार रहे होते हैं। दिल में भी हमारे किसी न किसी तरह का जो तकब्बुर, गरूर और एहसास बर्तरी है, ये कहीं ना कहीं छुपा बैठा होता है। कहीं छुपा बैठा होता है, कहीं एक्सप्रेसिव होता है। हमारे मैनरिज्म में शामिल है ना। हम उसे गुरूर या आजिज़ी नहीं कहते, हम वो मैनरिज्म ऐसे हमने बनाए हुए हैं। जैसे बॉस आता है तो सारे उन्हें खड़े हो रहे हैं, मतलब ये ऐसे मैनरिज्म बने हुए हैं। बाहर ऐसा नहीं है। बाहर मैंने एक दफा आपको सुनाया था, वो सुहेल अफजल मिठू दोस्त हमारा, वो न्यूजीलैंड में किसी बहुत बड़ी कंपनी का वो हेड है, तो उसके दफ्तर में मैं उसके साथ गया, कोई खड़ा नहीं हुआ। तो वो हंसना शुरू हो गया मेरी तरफ देख के, कहते हैं इधर मुझे कोई लिफ्ट नहीं कराता, कहीं समझो कि बॉस आया तो हला लला हो जाएगी। ये जो एहसास बर्तरी है ना, हमने इसको सिर्फ एक मखसूस ऐनक से देखते हैं, और वो वाकई वो ऐनक ये नहीं है, वो बहुत बड़ी ऐनक है जिससे हम देखते हैं कि एहसास बर्तरी का दूसरा नाम जो है वो तकब्बुर है, और तकब्बुर का दूसरा नाम शिर्क है। ये बहुत बड़ी बात है, ये हमारे अकीदे की बुनियाद है कि हम अपने अंदर किसी ऐसे वस्फ को देखते हैं, ऐसी खूबी को जबरदस्ती हम देखते हैं कि जो खुदाई है, जो खुदाई वस्फ है, हम मुकाबले पे उतर आते हैं। असल में जो गरूर है, जो तकब्बुर है,
یہ نیچر کے خلاف یا دوسرے لفظوں میں کہا جائے اللہ تعالیٰ کے خلاف بغاوت نہیں تو اور کیا ہے کہ بھائی میرے اندر بہت ہے, میں نے اس کو رزق دیا ہوا ہے, میں نے اس کو روزگار دیا ہوا ہے. جب یہ میں آ جاتی ہے, اس کو آپ کوئی بھی نام دے دیں, وہ معاشرے میں بگاڑ پیدا کرتی ہے. جب میں یہ کمپیریزن کی بات کر رہا ہوں, میں اسی لیے اس پر بات کرنا چاہ رہا ہوں کہ یہ پوری ہماری سوسائٹی میں بگاڑ کا سبب بن رہا ہے. اگر ہم بینک کے باہر بل جمع کروانے کے لیے لائن میں نہیں لگے ہوئے نا, تو ہمارے اندر تکبر ہے, ہمارے اندر غرور ہے کہ یار یہ جو لائن لگی ہوئی ہے یہ عام لوگوں کی ہے, میں تو خاص آدمی ہوں. نہیں جی, یہ تو بڑی دور دی گل ہے, کسی کی بات نہ سننا یہ بھی تکبر ہے. آپ سوشل میڈیا دیکھ لیں, آپ ٹاک شوز دیکھ لیں, آپ کچھ دیکھ لیں, دوجے دی گل سنن دا روات آ رہی نہیں, آپ ہی کڑ دکڑ آپ ہی 100 بن کے بیٹھے ہوئے. اور اس قدر عجیب ہوتی ہے وہ لہجے کے اندر تمکنت کہ جیسے عقل کل یہی ہے جو بول رہا ہے. کچھ لوگ تو فون پکڑ لیتے ہیں, دوسرا بات کر رہا ہوتا ہے وہ فون پکڑ لیتے ہیں. کن کن باتوں پہ ہم تکبر کا اظہار کرتے ہیں یہ بتانے کی ضرورت نہیں ہے. میرا خیال ہم میں سے سب لوگ جانتے ہیں, سب سے زیادہ تو ہم طاقت کے زوم میں مبتلا ہوتے ہیں, یہی تکبر ہے نا. پھر ہمارے پاس پیسہ آ جائے تو ہم تکبر کرتے ہیں, پھر ہمارے پاس خوبصورتی آ جائے تو یعنی حسن آ جائے تو ہم پھر اتراتے پھرتے ہیں. سب سے بڑی بات یہ ہے کہ ہم اپنے تقوی پر بھی اتراتے ہیں, ہم نیک ہونے کے تکبر میں بھی مبتلا ہو جاتے ہیں, جو میرا خیال ہے کہ تکبر یا غرور کی بدترین شکل ہے. زوم تقوی کہ میں تو بڑا نیک آدمی ہوں, میں نے بڑے بڑے مولانا حضرات کو دیکھا ہے, ہاتھی انج ملا رہا ہوں. ہاں بالکل. پھر اس کی طرف دیکھ ایگزیکٹلی. پھر علم کا جو تکبر ہے, میں سب کچھ جانتا ہوں, یہ بڑا خوفناک تکبر ہے. پھر ایک عجیب, میں جس تکبر کا ذکر کرنے لگا ہوں, یہ ایک تکبر کی میرے ذہن میں آتی ہے کہ یہ ایک جدید شکل ہے, وہ ہے عاجزی کا تکبر. آپ کبھی غور کریں کہ ہم جب یہ کہتے ہیں, بار بار یہ دہراتے ہیں کہ میں تو غرور نہیں کرتا, تو اصل میں ہم عاجزی کا تکبر کر رہے ہیں. اصل میں ہم یہ بتا رہے ہیں کہ میں بڑا عاجز ہوں, حالانکہ میں عاجز اوجز کوئی نہیں ہوں, میں عاجزی کی ایکٹنگ کرتا ہوں. واقعی. اچھا, پھر ایک اور بڑا ظلم ہم یہ کرتے ہیں کہ ہم نے تکبر کو ختم کرنے کے لیے صرف ہم یہ بات کرتے ہیں, او جتنا مرضی کوئی طاقتور ہے آخر میں تو مر جانا ہے. یعنی ہم تکبر کے خاتمے کے لیے موت کا دکھاوا کرتے ہیں. موت کو چھوڑیں, ہم یہ عام طور پہ کہتے ہیں نا کہ جی جتنا مرضی طاقتور ہے, جتنا مرضی خوبصورت ہے, جتنا مرضی مالدار ہے, بالآخر جو ہے وہ لکڑی کا پھٹا ہے, سنگل کالم خبر ہے, 2 گز زمین ہے. یہ ٹھیک بالکل ہے, بالکل ہے. لیکن کبھی آپ غور کریں کہ موت سے پہلے زندگی میں جیتے جی بھی ہماری کیا اوقات ہے. جیتے ہم صرف موت سے ہی کیوں مقابلہ کرتے ہیں, جیتے جی ہماری کیا اوقات ہے, ہمارے علم کی کیا اوقات ہے, ہماری خوبصورتی کی کیا اوقات ہے, ہماری طاقت کی کیا اوقات ہے. ہماری اگر ایک یونٹ ہے یہ پوری دنیا, تو ہماری اوور آل ہماری پہچان ہے کیا. مطلب ہم سوئی کے نکے کے برابر بھی جتنے مرضی طاقتور ہو جائے, ہماری اوقات بساط نہیں ہے. کس بات پہ اتراتے پھرتے ہیں, کس بات پہ لوگوں کے دل توڑتے پھرتے ہیں. وہ ایک نعت شریف ہے نا جی, اس میں وہ ڈاکٹر فقیر محمد صاحب نے مصرے لکھے ہوئے ہیں نا, کیڑی دریا وچ اتر کے کی ویکھے پار کنارے, رائی بے قدری کی جانے پربت دے کھل کھلارے. ایک ذرہ سا ریت کا ذرہ جو ہے وہ بھی تگڑا ہے ہم سے, اس لیے کہ وہ بڑی دیر کا ادھر ہی پڑا ہوا ہے. آپ ذرا بھائی جان آپ نام و نشان مٹ جاتا ہے. اس طرف آ جائے کہ یہ جو معاملہ ہے یہ تکبر کا یا احساس برتری کا. اچھا, احساس برتری کا الٹ جو ہے نا, یعنی اگر احساس برتری کا یا میں شکار ہوں یا میں احساس کمتری کا شکار ہو جاؤں, بالکل نہیں. میں اللہ کی مخلوق ہوں, اللہ تعالیٰ نے مجھے سوچنے سمجھنے کی صلاحیت دی ہے, بس یہی ہے, اور اللہ تعالیٰ نے دی ہوئی ہے. ٹھیک ہے, میں اس کا استعمال بہتر سے بہتر انداز میں کر کے تو دوسرے لوگوں کو کتنی راحت پہنچا سکتا ہوں, ان کی زندگیوں میں کیا بہتری لا سکتا ہوں, اپنی زندگی میں کیا بہتری لا سکتا ہوں, بس یہی میری اوقات ہے. کتنا سیدھا سادہ سا فارمولہ ہے. لیکن ہم اصل میں پرابلم کہاں پیدا کرتے ہیں, جب ہم معاشرے میں بگاڑ پیدا کرتے ہیں نا, اس تکبر اور احساس برتری کی وجہ سے اتنا زیادہ بگاڑ پیدا کرتے ہیں. آپ ذرا ان کی فہرست بنانی شروع کریں. سب سے جو پہلا بگاڑ پیدا کرتے ہیں, جو ہمارے اندر اپنی شخصیت کے اندر بھی بگاڑ پیدا ہو جاتا ہے, وہ ہے خود نمائی.
اپنے آپ کو جب احساس برتری پیدا ہوتا ہے نا تو پھر احساس برتری اندر نہیں رہتا, وہ پھر اندر سے ابلتا ہے, پھر وہ جوش مارتا ہے, پھر وہ کہتا ہے کہ یار یہ میرے اندر خوبی ہے, اب میں لوگوں کو دکھاؤں تو صحیح, میرے اندر کوئی علم آ گیا ہے تو میں لوگوں کو بتاؤں تو صحیح, ٹھیک ہے, میں خوبصورت ہوں لوگوں کو دکھاؤں تو صحیح. یہ ہے وہ خود نمائی کا جذبہ جہاں سے بگاڑ پیدا ہوتا ہے. پھر ڈسپلن کی خلاف ورزی, جیسے میں نے کہا بینک کی لائن کے باہر نہیں لگنا آپ نے, ٹھیک ہے, پروٹوکول کی خواہش, چونکہ میں اپنے آپ کو مختلف سمجھتا ہوں, مجھے یہ احساس کا کیڑا جو ہے میرے اندر داخل ہو گیا ہے وائرس کہ میں مختلف ہوں, میں گوگا جی سے مختلف ہوں, تو پھر میں نے مختلف ثابت بھی تو کرنا ہے نا. اب مجھے چاہیے پروٹوکول, اب مجھے چاہیے کہ عام آدمی کے طور پہ مجھے نہ ٹریٹ کیا جائے. جب عام آدمی کے طور پہ میں ٹریٹ ہونے کے لیے تیار نہیں ہوں تو میں سوسائٹی کا کر رہا ہوں بیڑا گرک, سسٹم کا کر رہا ہوں میں ستیہ ناس, کیونکہ سسٹم تو تقاضا کرتا ہے کہ آپ سب ایک برابر ہیں, لائن میں لگیں, آپ سب ایک طریقے سے ٹریٹ کیے جائیں. میں کیوں ٹریٹ کروں؟ میں تو اپنے آپ کو عقل کل سمجھتا ہوں, میں تو اپنے آپ کو بہت خوبصورت سمجھتا ہوں, میں تو طاقتور سمجھتا ہوں, ہاں میری بڑی گاڑی ہے, یہ موٹر سائیکل والا میرا کیا مقابلہ کرے گا, ٹھیک ہے. یہاں سے معاشرے میں ایک بگاڑ اور عدم توازن پیدا ہوتا ہے, معاشرہ ٹوٹ پھوٹ کا شکار ہو جاتا ہے, اکائیوں میں تقسیم ہونے لگتا ہے. ایک اور پرابلم آپ کبھی غور کریں کہ جتنے بھی احساس ہیں جو انسان کو اپنے آپ کو ممتاز سمجھنے پر مجبور کر دیتے ہیں, کبھی آپ ان پہ غور کریں, ان میں سے ایک اور جو بڑا احساس ہے وہ کیا بگاڑ پیدا کرتا ہے, وہ یہ ہے جیسے آپ نے فرمایا کہ انسان دوسرے کی بات سننے کے لیے تیار نہیں ہوتا. جب دوسرے کی بات سننے کے لیے تیار نہیں ہوتا تو وہ سیکھنے سے محروم ہو جاتا ہے. وہ اس ڈر سے نہیں پوچھتا کہ یار میں تم سے پوچھوں گا, یار میں تم سے سیکھوں گا. حضرت علی کا قول ہے نا جی, چپ رہنے والا پاتا ہے, بولنے والا کھو دیتا ہے. اور میرا اپنا ذہن تو یہ ہے کہ آپ کی عاجزی جو ہے نا جی, اس کا اندازہ اس وقت ہوتا ہے جب آپ کسی واقعی برے سے مل رہے ہوتے ہیں یا کسی واقعی برے کی بات کر رہے ہوتے ہیں. آپ یہ دیکھیں کہ آپ کسی برے کی بات کرتے ہوئے آپ کے اندر یہ آ جاتا ہے کہ بھائی میں بہت اچھا ہوں اور میں ایک برے کی بات کر رہا ہوں. وہی زوم تقویٰ, چنگا جو اندروں مٹے ہے جو آدمی ہے نا جی, جو واقعی اندر سے عاجز ہے, وہ برے کے لیے بھی تمیز سے بولتا ہے, وہ چور ڈاکو قاتل کے لیے بھی تمیز سے بولتا ہے. یہ ہیں تو سارے ہی غلط باتیں, گناہ ہیں, مگر یہ رب جانے تے بندہ جانے. آپ تو اپنے کردار میں رہے نا, آپ کے اندر اگر واقعی عاجزی ہے یا آپ کے اندر نیک انسان ہے تو پھر اس کو ہی باہر لائیں, وہ والا نا اندر سے باہر لے آئیں جو آپ نے چھپا کے اندر بٹھایا ہوا ہے, اور اوپر سے آپ بڑے اچھے انسان بنے ہوئے ہیں. اچھا اب جب ہم بگاڑ کی بات کرتے ہیں, ایک اور بڑا خوفناک بگاڑ یہ احساس سے برتری پیدا کرتا ہے معاشرے کے اندر, انسان کے اندر تو کرتا ہی کرتا ہے, معاشرے کو بھی بگاڑ دیتا ہے. یہ احساس برتری ہوتا تو اصل میں 90% جھوٹ ہی ہے. انسان کیسے اپنے آپ کو عقل کل سمجھ لے؟ 7 ارب لوگوں میں سے اپنے آپ کو سمجھتا ہے سب سے عقل مند ہوں. جب انسان سب سے عقل مند سمجھتا ہے نا انسان, تو انسان پھر اس امیج کو جو یہ سمجھتا ہے کہ لوگوں کی نظر میں میرا ہے, اس کو برقرار رکھنے کے لیے جھوٹے سہارے لیتا ہے. میں مالدار نہیں ہوں دنیا کا سب سے بندہ, لیکن میں یہ سمجھتا ہوں کہ لوگ مجھے مالدار سمجھتے ہیں, یہ میرا احساس برتری ہے. میں اپنے آپ کو مالدار ثابت کرنے کے لیے جھوٹ بولوں گا, جھوٹ کا سہارا لوں گا. میں گاڑی وہ افورڈ نہیں کر سکتا جو لوگ سمجھتے ہیں کہ میں کر سکتا ہوں, تو پھر میں کیا کروں گا کہ گاڑی کے آگے جو ہے, چھوٹی گاڑی کے آگے بڑا بمپر لگوا کے گزارا کرنے کی کوشش کروں گا. ہائے ہائے, ستاروں سے آگے جہاں اور بھی ہیں, ابھی بمپر کے امتحان اور ہیں. چھوٹی گڈی نو بڑا بمپر ہے جی لگے گا, جی میں افتخار ٹھاکر نے مچھا رکھی ہیں. واہ 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 غوری صاحب, ایسی اچھی مثال آپ نے دی ہے. ایمان سے افتخار ٹھاکر کی مونچھیں دیکھ کے لگتا ہے کہ یار اس بیچارے پہ کتنا برڈن ہے. جلد ایک اور نقصان اس احساس کا کہ انسان خوشامد پسند ہو جاتا ہے, خوشامد پرست ہو جاتا ہے. جب انسان اپنے اندر کوئی نہ کوئی احساس پال لیتا ہے نا برتری کا, تو انسان یہ توقع رکھتا ہے کہ یار آج تھیلے نے میری تعریف ہی نہیں کی, آج تھیلے آج میں بڑا پیارا لگ رہا ہوں, آج میں بڑا خوبصورت ہوں, میں نے کپڑے بڑے اچھے پہنے ہوئے, تو میں توقع رکھوں گا کہ یار تھیلا میری تعریف کرے گا, اس لیے کہ میں نے اپنے اندر وہ احساس پال لیا ہے. اب میں توقع کر رہا ہوں کہ یہ میری خوشامد کرے. میں خوشامد پسند اور خوشامد
परस्त बन जाता हूँ। फिर एक और मसला पैदा हो जाता है कि मैं तनकीद बर्दाश्त करने का आदी नहीं रहता। कोई भी एहसास मैंने पाल लिया है, अब मैं तो तनकीद पर ओ यार मैं तो मुझे क्या मैनू मैं की हुए किस चीज का मैं, ये मैंने हमारा बेड़ा गर्क किया हुआ है, हमारा तो किया हुआ है, साथ माशरे का भी कर दिया है। ये भुट्टो ਹਾਏ 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 ਮੈਂ ਮੁੱਕ ਜਾਂਦੀ ਜਿਹੜੀ ਥਾਂ ਉਥੋਂ ਫੜ ਲੈਂਦਾ ਏ ਬਾਂ। वाह वाह। नाज़रीन, यहाँ में लेना एक छोटा सा वक्फा, हमारे साथ रहिएगा। काफ लीग तो वो चीज है जो हलवे के ऊपर किशमिश नहीं होती, इसीलिए मौलाना फजल रहमान मिलने आए थे। सिर्फ मौलाना फजल रहमान ही जो है सारे ही मिलने आ रहे हैं। अरे यार, बिल्कुल लाइन लगी हुई है। इंज लग रही है कि अंदर दादा साहब का लंगर वंडन है। नाज़रीन, पाकिस्तान की तमाम सियासी जमातों के तवाफ का महवर व मरकज़ बनने वाले ज़हूर इलाही पैलेस का दुल्हा आज हमारे साथ मौजूद है, चौधरी शुजात हुसैन साहब। वाह वाह। ये जो आपने दूल्हा कहा है, किसी वैसे ही ज़ाती तौर पे खुशी हुई है मुझे, मगर ये कोई अच्छी बात नहीं। क्यों साहब? देखें, ये जो ज़हूर पैलेस में आजकल शादी का समा बना हुआ है, मैं इससे हरगिज़ खुश नहीं हूँ। हमें इस वक्त मुलाकातों की बजाय ये जो मुलाकातें हैं, ये मुल्क के लिए नुकसानदेह हैं, अवाम के लिए नुकसानदेह हैं। जुनैद साहब, लोग परेशान हो रहे हैं और लोग हमारी तरफ देख रहे हैं कि ये यहाँ पे महंगाई और बेरोजगारी और परेशानी है, और इनको हुकूमतें बनाने और तोड़ने की पड़ी हुई है। मैं समझता हूँ कि हम हरगिज़ इस बात को पसंद नहीं करते कि लोग हमें धड़ाधड़ मिलने आए। ये बात तो खैर साबित हो चुकी है कि जब भी हुकूमतें बनती हैं या टूटती हैं तो ज़हूर पैलेस की मदद चाहिए होती है इन लोगों को। बिल्कुल बिल्कुल। जैसे जुनैद साहब किसी तरह की भी पंजीरी बनाएं तो देसी घी की ज़रूरत होती है। इसी तरह बिल्कुल आप सियासत के कोई भी सियासी डिश पकाएंगे तो उसमें काफ लीग बड़ी ज़रूरी है। वाह, यानी देसी घी है काफ लीग पाकिस्तानी सियासत का। 1400 रुपए किलो बहुत महंगा है ना। वो 1400 रुपए किलो तो सरों का तेल नहीं लगता। देसी घी केड़ा 1400 रुपए किलो होता है। असल च ब्रायलर बच्चे ने ना, वलैती बच्चे ने, इनको क्या पता देसी घी क्या होती है। नहीं जी नहीं, काफ लीग तो वो चीज है जो हलवे के ऊपर किशमिश नहीं होती, इसीलिए मौलाना फजल रहमान मिलने आए थे। सिर्फ मौलाना फजल रहमान ही जो है सारे ही मिलने आ रहे हैं। अरे यार, बिल्कुल लाइन लगी हुई है। इंज लग रही है कि अंदर दादा साहब का लंगर वंडन है। हुकूमती लोग भी आ रहे हैं। ਹੁਣ ਜਿਹਨਾਂ ਨੂੰ ਅਸੀਂ ਢਿੱਲੇ ਲੱਗਦੇ ਸਾਂ, ਹੁਣ ਆਪੋ ਤਾਂ ਪੈ ਗਈ ਤੇ ਉਹ ਵੀ ਲਾਈਨ 'ਚ ਲੱਗੇ। बिल्कुल सर। तो बात ये है जुनैद साहब कि हम लालची लोग नहीं हैं, हम मुल्क के खैर खा हैं। वाह। हमें मुल्क की सलामती और मुल्क की आफियत चाहिए। हमें कोई ज़रूरत नहीं है और ना ही कोई हमें खुशी है इस बात की कि लोग हमारे साथ मिलकर तो हुकूमतें तोड़ते फिरें और बनाते फिरें। अब तो ये हमें पता है कि हमारी ज़रूरत है, सबको ज़रूरत है। सिर्फ अपोजिशन कोई नहीं, हुकूमत को भी जुनैद साहब हमारी ज़रूरत है। जी बिल्कुल। हुकूमत को भी भड़तू पड़ा हुआ है। जी। तो परसों इमरान खान रूस से फ़ोन करके कह रहा था चौधरी साहब को रूस की सौगात ले आवा। तो मैं कहा नहीं भाई रहने दे, मैं शरीफ आदमी हम नहीं इस तरह की रिश्वतें लेते। रिश्वत है इस वक्त हमें पता है। जो तकलीफ में कोई किसी को तोहफा भी देता है वो तोहफा नहीं होता, वो रिश्वत होती है। बिल्कुल। डोडा मंगा लेना सी चौधरी साहब, थोड़ा डोडा मंगा लेना सी रशिया तो। और डोडा तो खुशाब रशिया च डोडा खुशाब दा मशहूर है बेटा। ਕੋਈ ਸਾਹਿਬ ਉਥੋਂ ਕੰਬਲ ਮੰਗਾ ਲਓ ਤੇ ਦੇ ਮੈਨੂੰ ਦੇਣਾ। ਪੁੱਤਰ ਤੈਨੂੰ ਕੰਬਲ ਦੀ ਕੀ ਲੋੜ ਹੈ, ਤੂੰ ਹੱਥ ਵਾਲਾ ਰੁਮਾਲ ਲਪੇਟ ਤੇ ਸੌਂ ਨਿਕਾਓਗੇ। अच्छा जय साहब, सारी बातें छोड़ें, ये फरमाएं कि एक तरफ तो ये खबरें सुनने को मिल रही हैं कि नून लीग और पीपल्स पार्टी ने, मौलाना फजल रहमान साहब ने
آپ لوگوں کو پنجاب کی وزارت اعلیٰ آفر کی ہے. دوسری طرف جو نون لیگ کے انتہائی سینئر لیڈر ہیں شاہد خاقان عباسی, انہوں نے آپ سے کہا کہ تھے, انہوں نے کہا جی 5 بندے ہیں اور وزارت اعلیٰ مانگ رہے ہیں. دیکھیں یہ جو آپ نام لے رہے ہیں کہ نام لے رہے ہیں, شاہد خاقان عباسی اللہ نے انہوں ایئر لائن دے دی, اللہ یہو جے بندے دے 4 اونٹ ہوندے نے اپنے پاس. بات یہ ہے کہ یہ جو شاہد خان عباسی صاحب کو یہ ذہن میں رکھنا چاہیے, اسی بھی کوئی رالا نہیں سٹن دے وزارت اعلیٰ سے. ہم بھی بات وہیں سے شروع نہیں کرنا چاہتے اتنے سال بعد جہاں پہ ختم ہوئی تھی. یہ تھی تو گل مکی سی, تے انہاں سالوں بعد اتوں ہی شروع کر لئیے. ساڈی متوجہ ہے اننے سال اسی کیوں انتظار کر کے کیتا جی. ہمیں وزارت اعلیٰ نہیں چاہیے, ہمیں انسانیت چاہیے, ہمیں وعدہ چاہیے, وعدہ وہ کسی سے بھی کیا ہو ہم اس کے لیے سٹینڈ لیتے ہیں. جو صاحب نے اصول کی بات کی ہے, جو صاحب نے 2 ٹوک لفظوں میں کہا ہمیں وزارت اعلیٰ نہیں چاہیے, چیف منسٹرشپ دے دیں تو الگ بات ہے. یہ بات ہے جی. یہ بھی وہی ہوندی, وہ کیڑی کشمش ہوندی. سوری ایک ہی ہے چیف منسٹرشپ اسی کی کرنی ہے, پرائم منسٹرشپ دیں تو پھر کوئی گل نہیں ہے. چوئی صاحب یہ اونٹ کس کروٹ بیٹھے گا اب؟ جی یہ شاہد خان عباسی کو پوچھو, میں دسیا تو یہو جے بندے دے 4 اونٹ ہوندے نے. یہ تو مالک نہیں پتا ہوندا نا جی جانور کدھر پئے گا تے کدھر نہیں. آپ ساری باتیں چھوڑیں چوری صاحب, یہ بتائیں کہ آپ کی صحت کیسی ہے؟ شکر ہے اللہ پاک, آپ ٹھیک ٹھاک ہیں ماشاءاللہ. جی ماشاءاللہ, جب بھی آپ آتے ہیں چوری صاحب یقین کریں بھوک مٹ جاتی ہے. گل پہنچوں کہ تیری بھوک دی ہوئی ہے, بھوک یا لگ گئی یا مٹ گئی. تیرا دنیا تے تیرے اور کو مقصد ہی نہیں, یا تو بھوک مٹان آیا ہے یا بھوک لوان آیا ہے. چوری صاحب اور گل بھی کریا کر, ستاروں سے آگے جہاں اور بھی ہے. زندگی کا مقصد ہی خود بنایا ہے, کیونکہ خدا دا واسطے ہی دماغ نہ سوچیا کر, میدے نال نہ سوچیا کر. میدے نال جڑی گل سوچے گا وہ پھر خوراک دا ذکر ضرور آ جاتا ہے. تو جنید صاحب بات یہ ہے کہ بات وہ کرنی چاہیے جس میں ملک کا فائدہ ہو. جی بالکل سر. اس وقت سب کو اقتدار کی بڑی ہوئی ہے, وہ بے شک اپوزیشن ہے یا بے شک حکومت ہے, جی سب لوگوں کو اس وقت اقتدار کی بڑی ہوئی ہے. عوام کی کوئی نہیں سوچ رہا اور نہ ہی کوئی ملک کا سوچ رہا ہے. یہ اس لالچ کی اس دلدل میں ہم نہیں اترنا چاہتے. یہ آپ نے کیوں کہا ہے کہ اگر اس طرح کی ملاقاتیں جاری رہیں تو عوام سیاستدانوں پہ اعتبار کرنا چھوڑ دیں گے؟ صحیح کہہ رہے ہیں, میں وہی تو کہہ رہا ہوں. لوگ سوچ رہے ہیں, لوگوں کو پتہ چل رہا ہے. جنید صاحب سوشل میڈیا بہت زیادہ وسیع ہو گیا. تو جو صاحب آپ نے اگر ان ملاقاتوں کی مخالفت کرنی تھی تو نہ کرتے ملاقاتیں, پھر آپ انکار کر دیتے. تہاڈا کی مطلب ہے آپ جیراں اگر بوئے دے اندروں ہی کہہ دئیے میں گھر نہیں ہے حد ہوگی تہاڈے والی. جب جو ہمارے گھر میں آتا ہے جی جی ہمارا تو شروع سے مہمان خانہ کھلا رہتا ہے. جی نو ڈاؤٹ سر. جو دال روٹی پکی ہوتی ہے سب کھاتے ہیں. جی سر. مہمان رحمت ہوتی ہیں جی. جڑا آئی گیا ہے غوری صاحب, جڑا آئی گیا ہے بوئے کی آ گیا, ਉਹਨੂੰ ਤੇ ਹੁਣ ਇਹ ਕਹਿਣਾ ਕਿ ਭਾਈ ਜੀ ਅਸੀਂ ਨਹੀਂ ਮਿਲਣਾ ਹੈ ਗਲਤ ਗੱਲ ਹੀ ਹੈ ਨਾ. ਅਗਲਾ ਕਹੇਗਾ ਕਿ ਯਾਰ ਇਹਨਾਂ ਦੀ ਤਾਂ ਬੜੀ ਮਹਿਮਾਨ ਨਵਾਜ਼ੀ ਸੁਣੀ ਸੀ ਤੇ ਇਹਨਾਂ ਨੂੰ ਕੀ ਹੋ ਗਿਆ. ਬਿਲਕੁਲ. تو لوگ آتے ہیں جنید صاحب, روٹی ٹکر کھاتے ہیں, روٹی شوٹی کھا کے نکل جاتے ہیں. چوری صاحب بڑی خوشی ہوئی, جنی رونق پی ایس ایل چ نا اونی رونق زورلائی روڈ تے ہے. زورلائی روڈ پہ بھی سیاست کا پی ایس ایل ہی ہو رہا ہے. اصل تو بات یہ ہے کہ ساری وہاں بھی ٹیمیں اکٹھی ہو رہی ہیں. بالکل سر. فائنل جڑا ہے وہ قریب ہے بس. پی ایس ایل تو جو یہ فرمائیں کہ سیاست کے اس پی ایس ایل میں آپ ذاتی طور پہ لاہور قلندر کے خواہش مند ہیں یا اسلام آباد یونائٹڈ کے؟ دیکھیں جنید صاحب, ہم کبھی بھی ذاتی خواہشات نہیں لاتے سیاست میں. ہم نے ہمیشہ عوام کی خواہشات کو مد نظر رکھا ہے. ارے واہ. اچھا, دیکھیں عوام جو چاہتی ہے, عوام اگر اسلام آباد یونائٹڈ چاہتی ہے تو وہ آ جائے گی سامنے. اگر لاہور قلندر چاہتی ہے تو لاہور قلندر سامنے آ جائے گی. جو صاحب میرا مطلب سیدھا سیدھا ہے کہ وزارت اعلیٰ چاہتے ہیں, وزارت عظمیٰ چاہتے ہیں. یار میں بھی تو وہی گل کرنے ہیں, تو کان اتوں دی پھڑن ڈے ہیں, میں ادھروں دی پھڑن ڈے ہیں. بات تو وہی کر رہا ہوں کہ جو عوام چاہتی ہوگی وہ ہو جائے گا. ویسے تو ظاہر ہے اسلام آباد یونائٹڈ جو ہے وہ اس
वक्त सबसे पसंदीदा है। नाज़रीन, यहाँ मुझे लेना एक छोटा सा वक्फा, हमारे साथ रहिएगा। हमारे यहाँ अल्लाह के फजल से अकलियतों में भी ऐसे ऐसे लोग मौजूद हैं, ऐसे ऐसे तरक्की याफ्ता लोग मौजूद हैं, ऐसे ऐसे नामवर लोग मौजूद हैं कि जिनको देख के तो वाकई दिल ही खुशी होती है कि क्या बात है। अच्छा जी, हमारे यहाँ अकलियतों के हवाले से हमारे दुश्मन जो हैं वो बहस तो बहुत करते हैं कि यहाँ पे अकलियतों को हकूक हासिल नहीं है और ये है और वो है जी। हालांकि हकीकत ये है कि यहाँ सबको आगे बढ़ने और तरक्की करने के पूरे इख्तियारात हैं। हाँ जी। अल्लाह के फजल से। आजादी हासिल है सबको। हाँ 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 और हमारे यहाँ अल्लाह के फजल से अकलियतों में भी ऐसे ऐसे लोग मौजूद हैं, ऐसे ऐसे तरक्की याफ्ता लोग मौजूद हैं, ऐसे ऐसे नामवर लोग मौजूद हैं कि जिनको देख के तो वाकई दिल ही खुशी होती है कि क्या बात है। ये ऐसे ही मेरे ज़हन में आ रहा था, हमारे बड़े ही प्यारे दानिश्वर और हमारे बड़े प्यारे अदीब और नक्काद जनाब डॉक्टर कल्याण सिंह साहब जी। प्रोफेसर कल्याण सिंह, ये गवर्नमेंट कॉलेज के वो पंजाबी अदब के प्रोफेसर हैं। जी। उन्होंने माशाल्लाह डॉक्टरेट की डिग्री हासिल की है और बड़े यंग मैन हैं, हमसे काफी छोटे उम्र के हैं, हमारे बड़े प्यारे भाई हैं वो। तो उन्होंने जब ये बताया मुझे कि उन्होंने डॉक्टरेट की डिग्री हासिल कर ली है, PhD कर ली है और वो कोई तकरीब में उनको वो सारा कुछ दिया गया, तो मैं खुश हुआ जी। बड़ा मुझे प्यार आया कि ये कितने प्यारे इंसान हैं और ये पहले पाकिस्तानी सिख हैं जिन्होंने PhD की डिग्री हासिल की और हमारा वो फख्र है और इंतहाई कंट्री लवर आदमी है, पाकिस्तान से बेपनाह मोहब्बत करते हैं, अपने मुल्क के साथ बड़ी मोहब्बत करते हैं जबरदस्त। और कभी भी उनको ये एहसास होता हुआ मैंने नहीं देखा कि वो यहाँ पे को अकलियतों में शामिल है। वो बढ़ चढ़ के हर फंक्शन में हिस्सा ले रहे होते हैं और बढ़ चढ़ के वतन परस्ती की बात कर रहे होते हैं और बढ़ चढ़ के पाकिस्तान के साथ अपनी वालहाना मोहब्बत जो है वो जाहिर कर रहे होते हैं। बड़े ही हलीमुत्तबा इंसान है, बहुत प्यारे, बहुत गुफ्तगू प्यारे। बड़ी खूबसूरत करते हैं। जी और अक्सर हमारे यहाँ आते भी हैं। बड़ा मजा आता है ये देख के कि ये यंग मैन जो हैं ये बड़े मेहनती माशाल्लाह दानिश्वर हैं। ये डॉक्टर कल्याण सिंह तो असिस्टेंट प्रोफेसर हैं गवर्नमेंट कॉलेज में, गवर्नमेंट कॉलेज रावियन, वाह वाह। जो पाकिस्तान का सबसे प्यारा और ऊंचे दर्जे का कॉलेज समझा जाता है, गवर्नमेंट कॉलेज जहाँ से ये भी पढ़ा हुआ है नलायक आदमी। उसमें ये असिस्टेंट प्रोफेसर हैं माशाल्लाह। हमारे कामरान शाहिद जो हमारे होस्ट हैं वो भी वहाँ पे एसोसिएट प्रोफेसर रहे हुए। जी हाँ, वो भी वहाँ पे इंटरनेशनल अफेयर्स पढ़ाते रहे। अच्छा, अकलियतों के हवाले से बात हो रही है तो मैं और चंद लोगों के आपको नाम बताता हूँ, आप बड़ा मजा लेंगे। हमारी पाक आर्मी में मेजर हरचरण सिंह, रेंजर में जो इंस्पेक्टर हैं अमृत सिंह, फिर किंग एडवर्ड मेडिकल यूनिवर्सिटी में डॉक्टर मेमपाल सिंह, वाह जिंदाबाद। ये वो लोग हैं। इसी तरह हिंदू और ईसाई बरादरी में भी बेशुमार नामवर लोग हैं जिन्होंने अपने नाम के साथ मुल्क का नाम रोशन किया है और इस तस्वुर को गलत साबित किया है कि यहाँ अकलियतों को आगे बढ़ने के मौके नहीं दिए जाते। और बड़े बड़े काबिल लोग हैं हमारे यहाँ अल्लाह के फजल से। ये बल्कि आज ही खबर चली है कि कैलाश कुमार वो पहले लेफ्टिनेंट कर्नल हुए हैं पाकिस्तान आर्मी में। और मैं इसको देख के ना जी ये सोच रहा था कि पूरी दुनिया में ये डॉक्टर कल्याण सिंह का ऐसे सोच के मैं सोच रहा था कि यार पूरी दुनिया के अंदर ऐसी सोच क्यों नहीं पाई जाती, क्यों हम तकसीम होना शुरू हो गए होंगे? हम क्यों इंसानियत को पसे पुश्त डाल के तो अपना मजहबी और फिर बरादरीज़म और फिर मुल्की हवाले से एक दूसरे से सियासी तासुब क्यों हम ये कर रहे हैं? क्या हो गया हमें? पूरी दुनिया में आप इस वक्त देखें ये जो दौर गुजर रहा है इसमें इंतहाई तासुबात से भरी हुई जिंदगी गुजार रहा है इंसान, जबकि जहां जहां पे भी आपको मोहब्बत और प्यार नजर आता है और जहां जहां पे भी आपको इंसानियत आगे नजर आती है वहां पे आप देखें इंतहाई खूबसूरत माहौल में इंसान जिंदगी गुजार रहे हैं और एक दूसरे के साथ जो प्यार है वो आपकी जिंदगी को आसान कर देते हैं। आप अपने इर्द गिर्द यार अपने दफ्तरों में अपने घरों में देखें जो हमारे मसीही भाई हमारे साथ मिलके काम कर रहे हैं। बिल्कुल। आपके दफ्तर में अगर आपके कोलीग हैं या आपके घर में कोई मसीही खवातीन हैं
تو وہ آپ کو بڑی پیار محبت سے بھرے ہوئے نظر آتے ہیں. بے شک. میں نے کئی فیملیز میں دیکھا ہے کہ وہ نسل در نسل پیار محبت چل رہا ہے اور ایک دوسرے کے ساتھ وہ زندگی بسر کر رہے ہیں اور باقاعدہ دل و جان سے ایک دوسرے پہ قربان ہو رہے ہوتے ہیں. بے شک. بالکل. میں حیران ہوتا ہوں کہ یہ جب کوئی ہمارے متعلق کوئی اس طرح کی بات کرتا ہے, ہمارا کوئی دشمن ملک یا کوئی دشمن ہمارا چینل, تو میں سوچتا ہوں کہ یار ان کو یہ شرم نہیں آتی کہ یہ ایک چھوٹا سا کوئی بھی واقعہ ہوتا ہے اور وہ تو ہوتے ہی ہیں, وہ تو برادریوں میں خاندانوں میں ہو جاتے ہیں, سگے بھائی آپس میں جگہ سگے بھائی آپس میں اللہ معاف کرے ایک دوسرے کا مرڈر تک کر دیتے ہیں. بالکل. تو یہ شیطان جو ہے وہ تو ڈیوٹی اپنی دے ہی رہا ہے, مگر وہ ایک آدھ چھوٹے سے واقعے کو پکڑ کے تو اس کا ڈھول بجانا شروع کر دینا, یعنی چھوٹی سی کینٹی کا ٹول بنا لینا, وہ انتہائی فضول سا لگ رہا ہوتا ہے. یار یہ کیا ایسے تماشا لگا رہے ہیں. بھئی سب سے زیادہ لائکنگ کے لیے جو شعبے ہیں, مطلب جو عوام کی لائکنگ پہ منحصر کرتے ہیں, جو شعبے انحصار کرتے ہیں, مثلا آرٹ کا شعبہ ہے, بہت زیادہ ایکٹرز اور ہمارے سنگر بھی مسیحی برادری سے ہیں. یہ نیر صاحب نامور آدمی ہوئے ہیں, مطلب بہت بڑے سنگر ہوئے ہیں پاکستان کے, وہ مسیحی برادری. جی جی جی, یہاں پہ ایکٹر بہت سارے ایسے ہیں. بہرحال کسی کا نام کیا لینا, مطلب بڑے بڑے سب لوگ جانتے ہیں. کئی نام مس ہو جائیں گے اگر نام مس ہو جائیں گے, اور ایک لمبی فہرست ہے. لمبی فہرست ہے. خواتین کئی ہیں مسیحی برادری سے تعلق. جی عزیزی, اللہ کے فضل سے ہمارا تو کوئی مقابلہ ہی نہیں کر سکتا نا. یہ 7 پڑوسی ملک دیکھیں نا, ہندوستان, وہ اقلیتوں کے ساتھ کیا کر رہے ہیں وہ. ہاں, میرا مطلب ہے کہ میں تو کہتا ہوں یار جو بھی کوئی دشمن بھی ہے نا, اس کو بھی یہ سمجھنا چاہیے کہ جہاں پہ محبت اور پیار ہے نا جی, اصل زندگی کی مک ہی یہ ہے. یہ جو آپ تعصبات پال لیتے ہیں وہ خواہ مخواہ کی ٹینشن, سب نہیں, کوئی بھی مذہب کا بندہ ہے یا کوئی بھی برادری ہے یا کوئی بھی عہدے پہ ہے, سب نے مٹی میں ہی چلے جانا ہے. تو پیار محبت کے ساتھ جتنی دیر ہے وہ نکال لیں. اور ہم تو اللہ کے فضل سے بڑا اپریشیٹ کرتے ہیں ہمارے جو ادھر اقلیتی بھائی اس طرح ہمارے ساتھ مل کے زندگی میں نام بناتے ہیں اور ترقی کرتے ہیں. ہم تو بڑا خوش ہوتے ہیں. میں نے سوچا کہ یہ لازماً یہ ذکر کرنا چاہیے ڈاکٹر کلیان سنگھ کا, کہ دیکھیں آپ کہ ہماری جو ملک کے اندر سکھ برادری ہے, اس کا ایک نامور سپوت اور پاکستان سے محبت کرنے والا انسان, کیسی پیاری ڈگری انہوں نے لی. ناظرین, یہ تھا آج کا حسب حال. چلتے چلتے بزرگ کی یہ نصیحت کہ ہمیشہ شادی اپنے سے 5-7 سال بڑی عمر کی خاتون سے کیجئے, تاکہ اگر کبھی کوئی ظلم و ستم ہو جائے تو آپ یہ کہہ سکیں کوئی گل نہیں, وڈی ہے. خوش رہیں, خوش رکھیں. آپ سے ملاقات ہوگی انشاءاللہ کل. اللہ حافظ.